Hello students, this is Jasmeet and I welcome you all to Multidiverse Academy। ਤਾਂ ਬੱਚਿਓ ਅੱਜ ਅਸੀਂ ਪੜਾਂਗੇ ਸਾਈਕੋਲੋਜੀ ਦਾ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ। ਜਿਵੇਂ ਕਿ ਅਸੀਂ ਇੰਟਰੋਡਕਸ਼ਨ ਚ ਡਿਸਕਸ ਕੀਤਾ ਸੀ ਕਿ ਤੁਹਾਡੀ 20 ਨੰਬਰ ਦੀ ਸੀਡੀਪੀ ਹੈ, ਉਸ ਤੋਂ ਬਾਅਦ ਕੋਈ ਵੀ ਪਾਲਿਸੀਜ਼ ਐਂਡ ਪ੍ਰੋਗਰਾਮਸ ਰਿਲੇਟਡ ਹੈ ਉਹ ਤੁਹਾਡੀ 15 ਨੰਬਰ ਦੀ ਹੈ ਐਂਡ ਕਰਿਕੂਲਮ ਤੁਹਾਡਾ 25 ਨੰਬਰ ਦਾ ਹੈ। ਤਾਂ ਯਾਨੀ ਕਿ ਸਾਨੂੰ ਪਤਾ ਹੈ ਕਿ ਜਿਹੜੀ ਸਾਈਕੋਲੋਜੀ ਹੈ ਉਹ ਐਨਟੀਟੀ ਦੇ ਪੇਪਰ ਚ ਬਹੁਤ ਮਹੱਤਵ ਰੱਖਦੀ ਹੈ ਐਂਡ ਸਾਨੂੰ ਉਸ ਤੇ ਹੋਲਡ ਹੋਣਾ ਚਾਹੀਦਾ ਹੈ। ਹੁਣ ਬੱਚੋ ਇਹ ਕੋਈ ਵੀ ਮੇਰੀ ਜੇ ਵੀਡੀਓ ਦੇਖ ਰਿਹਾ ਉਹ ਚਾਹੇ ਸੀਟੈਟ ਐਗਜ਼ਾਮ ਦੀ ਤਿਆਰੀ ਕਰੇ, KVS ਡੀ ਟ੍ਰਿਪਲ ਐਸਬੀ ਜਾਂ ਪੀਐਸਟੈਟ, ਸਾਈਕੋਲੋਜੀ ਉਹਨਾਂ ਲਈ ਸਾਰਿਆਂ ਲਈ ਆਂਦੀ ਹੈ ਉਹਨਾਂ ਦੇ ਪੇਪਰ 'ਚ। ਤਾਂ ਇਹ ਵੀਡੀਓ ਤੁਹਾਡੇ ਸਾਰਿਆਂ ਲਈ ਹੈਲਪਫੁਲ ਹੋਏਗੀ। ਤਾਂ ਤੁਸੀਂ ਕੋਈ ਵੀ ਦੇਖ ਲਓ, ਜ਼ਰੂਰੀ ਨਹੀਂ ਹੈ ਕਿ ਇਹ ਸਿਰਫ ਐਨਟੀਟੀ ਦੀ ਸਾਈਕੋਲੋਜੀ ਹੈ, ਤੁਸੀਂ ਜੇ ਕੋਈ ਹੋਰ ਐਗਜ਼ਾਮ KVS ਵਗੈਰਾ ਦੀ ਤਿਆਰੀ ਕਰ ਰਹੇ ਹੋ ਇਹ ਉਹਦੇ ਲਈ ਵੀ ਹੈਲਪਫੁਲ ਹੈ। ਸੋ ਅਸੀਂ ਅੱਜ ਪੜੂਗੇ ਗਰੋਥ ਐਂਡ ਡਿਵੈਲਪਮੈਂਟ। ਅਸੀਂ ਦੇਖਿਆ ਸੀ ਸਾਡੇ ਪਾਰਟ ਡੀ ਚ ਚਾਈਲਡ ਡਿਵੈਲਪਮੈਂਟ ਐਂਡ ਸਾਈਕੋਲੋਜੀ, ਜਿਹਦੇ ਚ ਲਿਖਿਆ ਹੋਇਆ ਗਰੋਥ ਐਂਡ ਡਿਵੈਲਪਮੈਂਟ ਆਫ ਚਾਈਲਡ, ਫਿਜ਼ੀਕਲ, ਕੋਗਨੀਟਿਵ, ਇਮੋਸ਼ਨਲ, ਸੋਸ਼ਲ, ਲੈਂਗੁਏਜ ਐਕਸੈਟਰਾ। ਹੁਣ ਇਹ ਐਕਸੈਟਰਾ ਚ ਕੀ ਆਂਦਾ ਤੁਹਾਨੂੰ ਕੁਝ ਨਹੀਂ ਪਤਾ ਹੈ, ਸੋ ਇੱਥੇ ਇੱਕ ਲਿਸਟ ਹੈ, ਅਸੀਂ ਇਹ ਸਾਰੇ ਪੜ੍ਹਨੇ ਆ ਗਰੋਥ ਐਂਡ ਡਿਵੈਲਪਮੈਂਟ ਚ। ਜਿੱਥੇ ਕੀ ਆਂਦਾ ਤੁਹਾਡਾ ਮੀਨਿੰਗ ਆਫ ਗਰੋਥ ਐਂਡ ਡਿਵੈਲਪਮੈਂਟ, ਤੁਹਾਡੀ ਗਰੋਥ ਐਂਡ ਡਿਵੈਲਪਮੈਂਟ ਦਾ ਡਿਫਰੈਂਸ ਕੀ ਹੈ, ਵਾਧਾ ਔਰ ਵਿਕਾਸ ਦਾ ਫਰਕ ਕੀ ਹੈ ਆਪਸ ਚ, ਤੁਹਾਡੀ ਸਟੇजेस ਆਫ ਡਿਵੈਲਪਮੈਂਟ, ਵਿਕਾਸ ਦੇ ਪੜਾਵ ਕਿੰਨੇ ਨੇ, ਟਾਈਪਸ ਆਫ ਡਿਵੈਲਪਮੈਂਟ ਉਸਦੀ ਕਿਸਮਾਂ ਕਿੰਨੀਆਂ ਨੇ, ਪ੍ਰਿੰਸੀਪਲਸ ਆਫ ਡਿਵੈਲਪਮੈਂਟ ਸਿਧਾਂਤ ਵਿਕਾਸ ਦੇ, ਹੈਰੀਡਿਟਰੀ ਐਂਡ এনवायरमेंट ਖਾਨਦਾਨੀ ਅਤੇ ਵਾਤਾਵਰਣ ਦਾ ਕੀ ਰੋਲ ਹੈ, ਐਂਡ ਟਾਈਪਸ ਆਫ ਡਿਵੈਲਪਮੈਂਟ ਇਨ ਡਿਟੇਲ ਵੀ ਅਸੀਂ ਪੜੂਗੇ। ਤਾਂ ਚਲੋ ਹੁਣ ਸ਼ੁਰੂਆਤ ਕਰਦੇ ਹਾਂ ਗਰੋਥ ਐਂਡ ਡਿਵੈਲਪਮੈਂਟ ਦੇ ਨਾਲ। ਸੋ ਬੱਚੋ ਹੁਣ ਸਾਡੀ ਗਰੋਥ ਕੀ ਹੁੰਦੀ ਹੈ? ਕੋਈ ਵੀ ਸਾਡੇ ਸਰੀਰ 'ਚ ਕੁਆਂਟੀਟੇਟਿਵ ਚੇਂजेस, ਯਾਨੀ ਕਿ ਕੋਈ ਵੀ ਸਾਡੇ ਸਰੀਰ 'ਚ ਮਾਤਰਾਤਮਕ ਚੇਂजेस ਜੋ ਹੋ ਰਹੇ ਨੇ ਉਸ ਨੂੰ ਅਸੀਂ ਗਰੋਥ ਜਾਂ ਫਿਰ ਵਾਧਾ ਕਹਿੰਦੇ ਨੇ। ਜਿਵੇਂ ਕਿ ਸਾਡੀ ਜਿਹੜੀ ਹਾਈਟ ਹੈ ਉਹ ਵੱਧ ਰਹੀ ਹੈ, ਸਾਡਾ ਸਾਈਜ਼ ਹੈ ਉਹ ਵੱਧ ਰਿਹਾ, ਸਾਡੀ weight ਹੈ ਉਹ ਵੱਧ ਰਿਹਾ, ਯਾਨੀ ਕਿ ਇਹਨਾਂ ਚੀਜ਼ਾਂ ਨੂੰ ਅਸੀਂ ਕੁਆਂਟੀਟੇਟਿਵਲੀ ਨੰਬਰਸ 'ਚ ਮੈਜ਼ਰ ਕਰ ਸਕਦੇ ਨੇ। ਸੋ ਗਰੋਥ ਇਸੇ ਨੂੰ ਕਹਿੰਦੇ ਨੇ ਕਿ ਜੋ ਵੀ ਬੋਡੀ 'ਚ ਸਾਡੇ ਸਰੀਰ 'ਚ ਕੁਆਂਟੀਟੇਟਿਵ ਚੇਂजेस ਹੋ ਰਹੇ ਆ ਉਸ ਨੂੰ ਅਸੀਂ ਗਰੋਥ ਕਹਿੰਦੇ ਨੇ। ਹੁਣ ਹੁਣ ਆਂਦਾ ਸਾਡੀ ਡਿਵੈਲਪਮੈਂਟ ਕੀ ਹੈ, ਜੋ ਕਿ ਸਾਡਾ ਮੇਨ ਟੌਪਿਕ ਹੈ। ਡਿਵੈਲਪਮੈਂਟ ਹੈ ਤੁਹਾਡੇ ਸਰੀਰ 'ਚ ਕੋਈ ਵੀ ਕੁਆਲੀਟੇਟਿਵ ਚੇਂजेस ਤੇ ਉਸਦੇ ਨਾਲ ਹੀ ਕੁਆਂਟੀਟੇਟਿਵ ਚੇਂजेस, ਯਾਨੀ ਕਿ ਗੁਣਾਤਮਕ ਚੇਂਜ ਤਬਦੀਲੀਆਂ ਤੇ ਉਸ ਤੋਂ ਬਾਅਦ ਮਾਤਰਾਤਮਕ ਤਬਦੀਲੀਆਂ ਦੋਨੋਂ ਇਨਕਲੂਡ ਹੋਏਗੀ। ਹੁਣ ਤੁਹਾਡੀ ਤੁਸੀਂ ਪੜਿਆ ਕਿ ਕੁਆਂਟੀਟੇਟਿਵ ਚੇਂजेस ਹੈ ਤੁਹਾਡੀ ਸਾਰੀ ਫਿਜ਼ੀਕਲ ਚੇਂजेस, ਸਟਰਕਚਰ 'ਚ ਬੋਡੀ 'ਚ ਚੇਂਜ। ਕੁਆਲੀਟੇਟਿਵ ਚੇਂजेस 'ਚ ਕੀ ਆਂਦੇ ਤੁਹਾਡੀ ਕੋਈ ਵੀ ਇਮੋਸ਼ਨਲ, ਕੋਗਨੀਟਿਵ, ਯਾਨੀ ਕਿ ਤੁਸੀਂ ਜੋ ਵੀ ਤੁਹਾਡੀ ਮਾਨਸਿਕ, ਸਮਾਜਿਕ, ਭਾਵਨਾਤਮਕ ਤਬਦੀਲੀਆਂ ਆ ਰਹੀਆਂ ਨੇ ਉਹ ਸਾਰੀ ਇਨਕਲੂਡ ਹੁੰਦੀ ਹੈ ਤੁਹਾਡੀ ਡਿਵੈਲਪਮੈਂਟ 'ਚ। ਯਾਨੀ ਕਿ ਤੁਸੀਂ ਕਿਵੇਂ ਸੋਸ਼ਲੀ ਸਮਾਜ 'ਚ ਆਪਣੇ ਉੱਠਣਾ ਬਹਿਣਾ ਸਿੱਖ ਰਹੇ ਹੋ, ਜਾਂ ਤੁਸੀਂ ਤੁਹਾਡੇ ਭਾਵਨਾਵਾਂ ਕਿਵੇਂ ਚੇਂਜ ਹੋ ਰਹੀਆਂ, ਇਹ ਸਾਰੀ ਤੁਹਾਡੀ ਡਿਵੈਲਪਮੈਂਟ ਦਾ ਪਾਰਟ ਹੈ। ਤਾਂ ਇਹੀ ਚੀਜ਼ ਹੈ ਜਿਹੜੀ ਤੁਹਾਡੀ ਗਰੋਥ ਹੈ ਉਹ ਰਿਲੇਟ ਕਰਦੀ ਹੈ ਤੁਹਾਡੀ ਕੁਆਂਟੀਟੇਟਿਵ ਚੇਂजेस, ਜਿਸ ਨੂੰ ਕਿ ਤੁਸੀਂ ਨਾਪ ਸਕਦੇ ਹੋ, ਜਦਕਿ ਤੁਹਾਡੀ ਡਿਵੈਲਪਮੈਂਟ ਹੈ ਉਹਦੇ 'ਚ ਕੁਆਲੀਟੇਟਿਵ ਵੀ ਆਂਦਾ ਹੈ ਐਂਡ ਕੁਆਂਟੀਟੇਟਿਵ ਵੀ ਆਂਦਾ ਹੈ। ਹੁਣ ਨੈਕਸਟ ਆਂਦੀ ਹੈ ਤੁਹਾਡੀ ਡਿਫਰੈਂਸ ਬਿਟਵੀਨ ਗਰੋਥ ਐਂਡ ਡਿਵੈਲਪਮੈਂਟ। ਇਹ ਬਹੁਤ ਹੀ ਇੰਪੋਰਟੈਂਟ ਕਨਸੈਪਟ ਹੈ ਜਿਸ ਵਿੱਚੋਂ ਤੁਹਾਨੂੰ ਕੁਐਸਚਨ ਪੁੱਛਣ ਦੇ ਪੂਰੇ ਚਾਂਸਸ ਨੇ। ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਦੋਨਾਂ 'ਚ ਡਿਫਰੈਂਸ ਕੀ ਹੈ, ਵਾਧਾ ਅਤੇ ਵਿਕਾਸ 'ਚ। ਤਾਂ ਦੇਖਦੇ ਹਾਂ ਅਸੀਂ, ਸਭ ਤੋਂ ਪਹਿਲਾਂ ਗਰੋਥ ਹੁੰਦੀ ਹੈ ਤੁਹਾਡੀ ਫਿਜ਼ੀਕਲ ਸੈਂਸ 'ਚ, ਯਾਨੀ ਕਿ ਕੋਈ ਵੀ ਤੁਹਾਡਾ ਵਾਧਾ ਆ ਰਿਹਾ ਸਾਈਜ਼ 'ਚ, ਹਾਈਟ 'ਚ, ਲੈਂਥ, ਜਿਸ ਨੂੰ ਤੁਸੀਂ ਨਾਪਿਆ ਜਾ ਸਕਦਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਗਰੋਥ। ਜਦਕਿ ਜਿਹੜੀ ਤੁਹਾਡੀ ਡਿਵੈਲਪਮੈਂਟ ਹੈ ਉਹ ਤੁਹਾਡੇ ਕੋਈ ਵੀ ਮੋਰਲ ਚੇਂजेस, ਓਵਰਆਲ ਚੇਂਜ ਇਨ ਸ਼ੇਪ ਹੈ, ਫਾਰਮ ਹੈ, ਸਟਰਕਚਰ ਹੈ, ਇਹ ਸ਼ਕਲ, ਰੂਪ ਜਾਂ ਬਰਤਨ ਵਿੱਚ ਸਮੁੱਚੀ ਤਬਦੀਲੀ ਦਰਸਾਉਂਦਾ ਹੈ। ਕਿ ਮਤਲਬ ਤੁਹਾਡੀ ਐਜ਼ ਅ ਹੋਲ ਤੁਸੀਂ ਚੇਂਜ ਹੋ ਰਹੇ ਹੋ, ਕੱਲੇ ਫਿਜ਼ੀਕਲ ਚੇਂजेस ਨਹੀਂ ਹੈ, ਇਸ ਵਿੱਚ ਸਭ ਕੁਝ ਹੈ ਕਿ ਤੁਸੀਂ ਸਮਾਜਿਕ ਤੌਰ 'ਚ ਵੀ ਲੋਕਾਂ ਨਾਲ ਉੱਠਣਾ ਬਹਿਣਾ ਸਿੱਖ ਰਹੇ ਹੋ, ਤੁਹਾਡੇ ਇਮੋਸ਼ਨਸ ਵੀ ਡਿਵੈਲਪ ਹੋ ਰਹੇ ਆ। ਉਸ ਤੋਂ ਬਾਅਦ ਤੁਹਾਡੀ ਗਰੋਥ ਉਹ ਕੁਆਂਟੀਟੇਟਿਵ ਹੈ ਜਿੱਦਾਂ ਕਿ ਸਾਨੂੰ ਪਤਾ ਹੈ, ਐਂਡ ਡਿਵੈਲਪਮੈਂਟ ਕੁਆਲੀਟੇਟਿਵ ਹੈ, ਗੁਣਾਤਮਕ। ਇਟ ਕੈਨ ਬੀ ਮੈਜ਼ਰਡ, ਇਟ ਇਜ਼ ਡਿਫਿਕਲਟ ਟੂ ਮੈਜ਼ਰ। ਯਾਨੀ ਕਿ ਜਿਹੜੀ ਡਿਵੈਲਪਮੈਂਟ ਹੈ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਨਾ ਕਿ ਯਾਰ ਉਹ ਬੰਦਾ ਕਿੰਨਾ ਭਾਵੁਕ ਹੈ, ਅਸੀਂ ਉਸ ਨੂੰ ਨਾਪ ਨਹੀਂ ਸਕਦੇ, ਮਾਪਿਆ ਨਹੀਂ ਜਾ ਸਕਦਾ। ਪਰ ਅੱਜ ਕੱਲ ਨੋ ਡਾਊਟ ਟੈਸਟ ਬਣਨ ਲੱਗ ਗਿਆ ਜਿੱਦਾਂ ਇੰਟੈਲੀਜੈਂਸ ਟੈਸਟ, ਇਮੋਸ਼ਨ ਟੈਸਟ, ਕਿ ਅਸੀਂ ਦੇਖ ਲੈਂਦੇ ਹਾਂ ਕਿ ਲੈਵਲ ਕਿੰਨਾ ਹੈ। ਬਟ ਫਿਰ ਵੀ ਅੱਜ ਦੇ ਟਾਈਮ 'ਚ ਡਿਵੈਲਪਮੈਂਟ ਨੂੰ ਮੈਜ਼ਰ ਕਰਨਾ ਬਹੁਤ ਡਿਫਿਕਲਟ ਹੈ। ਉਸ ਤੋਂ ਬਾਅਦ ਗਰੋਥ ਤੁਹਾਡੀ ਹੁੰਦੀ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਚੇਂजेस ਇਨ ਬੋਡੀ, ਸਟਰਕਚਰਲ,
यानी कि सिर्फ थोड़ा स्ट्रक्चर चेंज हो रहा है बॉडी का, साइज वध रही है या हाइट वध रही है, एंड जबकि थोड़ी डेवलपमेंट है इट इज चेंज एज अ होल इन द ऑर्गेनिज्म, स्ट्रक्चरल एंड फंक्शनल, यानी कि फंक्शन वाइज भी तुसी चेंज कर रहे हो एंड स्ट्रक्चर वाइज ਤਾਂ ਕਰ ਰਹੇ ਹੋ ਕਿ ਤੁਸੀਂ ਤੁਹਾਡੇ ਮਾਈਂਡ ਦੇ ਫੰਕਸ਼ਨਸ ਡਿਵੈਲਪ ਹੋ ਰਹੇ, ਤੁਹਾਡੀ ਕੋਗਨੀਟਿਵ ਐਬਿਲਿਟੀ, ਬੌਧਿਕ ਐਬਿਲਿਟੀ ਉਹ ਚੇਂਜ ਹੋ ਰਹੀ ਹੈ, ਇਮੋਸ਼ਨਸ ਚੇਂਜ ਹੋ ਰਹੇ ਹੈ, ਤਾਂ ਡਿਵੈਲਪਮੈਂਟ 'ਚ ਪੂਰੀ ਚੀਜ਼ ਆਉਂਦੀ ਹੈ। ਉਸ ਤੋਂ ਬਾਅਦ ਨੈਕਸਟ ਇੰਪੋਰਟੈਂਟ ਪੁਆਇੰਟ ਬੱਚੋ ਇਹ ਹੈ ਕਿ ਜਿਹੜੀ ਗਰੋਥ ਹੈ ਇਟ ਡਸ ਨਾਟ ਕੰਟੀਨਿਊ ਥਰੂ ਆਊਟ ਦ ਲਾਈਫ, यानी कि सारी उम्र नहीं हुंदी, ये रुक जाती है when maturity has been attained, यानी कि ਅਸੀਂ ਕਹਿ ਨਹੀਂ ਦਿੰਦੇ ਕਿ ਯਾਰ ਹੁਣ ਨਾ ਮੇਰੀ ਹਾਈਟ ਇਸ ਉਮਰ ਤੱਕ ਆ ਕੇ ਰੁਕ ਗਿਆ ਹੈ, ਤਾਂ ਯਾਨੀ ਕਿ ਜਿਹੜੀ ਸਾਡੀ ਗਰੋਥ ਹੈ ਉਹ ਇੱਕ ਉਮਰ ਤੱਕ ਆ ਕੇ ਰੁਕ ਜਾਂਦੀ ਹੈ, ਉਸ ਤੋਂ ਅੱਗੇ ਨਹੀਂ ਜਾਂਦੀ, ਜਦਕਿ ਜਿਹੜੀ ਸਾਡੀ ਡਿਵੈਲਪਮੈਂਟ ਹੈ ਉਹ ਇੱਕ ਕੰਟੀਨਿਊਅਸ ਪ੍ਰੋਸੈਸ ਹੈ, ਨਿਰੰਤਰ ਪ੍ਰਕਿਰਿਆ ਹੈ, यानी कि वो चलती ਰਹੂਗੀ फ्रॉम बर्थ टू डेथ, यानी कि जब तो ਅਸੀਂ ਜਨਮੇ ਆ ਤੇ ਡੈਥ, ਜਦ ਤੱਕ ਅਸੀਂ ਮਰਦੇ ਨਹੀਂ ਸਾਡੀ ਡਿਵੈਲਪਮੈਂਟ ਚੱਲਦੀ ਰਹਿੰਦੀ ਹੈ, ਸਾਡੇ ਵਿੱਚ ਕੁਛ ਨਾ ਕੁਛ ਚੇਂजेस ਆਉਂਦੇ ਰਹਿੰਦੇ ਨੇ। ਸੋ ਇਹੀ ਹੈ ਤੁਹਾਡਾ ਡਿਫਰੈਂਸ ਜੋ ਕਿ ਤੁਹਾਨੂੰ ਪਤਾ ਹੋਣਾ ਚਾਹੀਏ ਕਿ ਜਿਹੜੀ ਤੁਹਾਡੀ ਗਰੋਥ ਹੈ ਇਟ ਇਜ਼ ਕੁਆਂਟੀਟੇਟਿਵ, ਉਸ ਨੂੰ ਮੈਜ਼ਰ ਕਰਿਆ ਜਾ ਸਕਦਾ ਹੈ, ਉਹ ਸਟਰਕਚਰ 'ਚ ਚੇਂजेस ਹੁੰਦੇ ਆ ਐਂਡ ਇੱਕ ਪੁਆਇੰਟ ਤੇ ਆ ਕੇ ਉਹ ਮੈਚੁਰਿਟੀ ਤੇ ਆ ਕੇ ਰੁਕ ਜਾਂਦੀ ਹੈ, ਜਦਕਿ ਜਿਹੜੀ ਤੁਹਾਡੀ ਡਿਵੈਲਪਮੈਂਟ ਹੈ ਉਹ ਐਜ਼ ਅ ਹੋਲ ਹੈ, ਆਰਗੈਨਿਜ਼ਮ 'ਚ ਚੇਂਜ ਸਟਰਕਚਰਲ ਹੈ, ਫੰਕਸ਼ਨਲ ਹੈ, ਡਿਫਿਕਲਟ ਹੁੰਦਾ ਮੈਜ਼ਰ ਕਰਨਾ ਐਂਡ ਕੁਆਲਿਟੇਟਿਵ ਹੈ। ਉਸ ਤੋਂ ਬਾਅਦ ਅਸੀਂ ਇसी ਤੋਂ ਰਿਲੇਟਡ ਇੱਕ ਕੁਐਸਚਨ ਦੇਖਦੇ ਹਾਂ ਹੁਣ, what is growth, ਇਸ 'ਚ ਪੁੱਛਿਆ ਕਿ ਸਾਡੀ growth ਕੀ ਹੈ। ਪਹਿਲਾ ਪੁਆਇੰਟ ਹੈ it is the process of physical maturation resulting an increase in size of the body and various organization, ਇਹ ਸਰੀਰਕ ਪਰਿਪੱਕਤਾ ਦੀ ਪ੍ਰਕਿਰਿਆ ਹੈ ਜਿਸ ਦੇ ਸਿੱਟੇ ਵਜੋਂ ਸਰੀਰ ਅਤੇ ਵੱਖ-ਵੱਖ ਅੰਗਾਂ ਦਾ ਆਕਾਰ ਵੱਧ ਜਾਂਦਾ ਹੈ। then second it is the process of functional and physiological maturation of the individual, ਇਹ ਵਿਅਕਤੀ ਦੇ ਪ੍ਰਕਾਰਾਤਮਕ ਅਤੇ ਸਰੀਰਕ ਪਰਿਪੱਕਤਾ ਦੀ ਪ੍ਰਕਿਰਿਆ ਹੈ। then it includes psychological, emotional and social changes, it is a qualitative aspect, ਇਸ ਵਿੱਚ ਮਨੋਵਿਗਿਆਨਕ, ਭਾਵਨਾਤਮਕ ਅਤੇ ਸਮਾਜਿਕ ਤਬਦੀਲੀਆਂ ਸ਼ਾਮਲ ਹਨ, ਇਹ ਗੁਣਾਤਮਕ ਪੱਖ ਹੈ। and fourth ਹੈ a progressive series of orderly coherent changes, ਵਿਵਸਥਿਤ ਤਾਲਮੇਲ ਨਾਲ ਤਬਦੀਲੀਆਂ ਦੀ ਇੱਕ ਪ੍ਰਗਤੀਸ਼ੀਲ ਲੜੀ। ਹੁਣ ਦੇਖੋ ਸਾਨੂੰ ਇਹ ਤਾਂ ਪਤਾ ਹੈ ਕਿ ਯਾਰ ਗਰੋਥ ਸਾਨੂੰ ਪਤਾ ਸੀ ਕਿ ਫਿਜ਼ੀਕਲ ਚੇਂजेस ਹੈ, ਚਲੋ ਹਾਲੇ ਤੱਕ ਸਾਨੂੰ ਲੱਗ ਰਿਹਾ ਕਿ ਪੁਆਇੰਟ 1 ਹੈ। ਹੁਣ ਦੂਜਾ ਪੁਆਇੰਟ क्या है, इट इज अ प्रोसेस ऑफ फंक्शनल एंड फिजियोलॉजिकल, जबकि सानू पता है कि फंक्शन च जे चेंजेस आ गए है वो साडी ग्रोथ नहीं है, वो डेवलपमेंट है। ते उस तो बाद आंदा है इट इंक्लूड्स साइकोलॉजिकल, इमोशनल एंड सोशल चेंजेस, क्वालिटेटिव है, ये भी सानू पता है कि डेवलपमेंट है। हुण फोर्थ पार्ट देखो बच्चों की है अ प्रोग्रेसिव सीरीज ऑफ ऑर्डरली कोहेरेंट चेंजेस, ਇਹ ਨਾ ਇੱਕ ਡਿਵੈਲਪਮੈਂਟ ਦੀ, ਵਿਕਾਸ ਦੀ ਡੈਫੀਨੇਸ਼ਨ ਹੈ ਜੋ ਕਿ ਕਹਿੰਦੀ ਹੈ ਕਿ ਜਿਹੜੀ ਸਾਡੀ ਡਿਵੈਲਪਮੈਂਟ ਹੈ ਉਹ ਇੱਕ ਪੈਟਰਨ 'ਚ ਚੱਲਦੀ ਹੈ, ਯਾਨੀ ਕਿ ਇੱਕ ਬੱਚਾ ਪਹਿਲਾਂ ਇਨਫੈਂਸੀ ਹੁੰਦਾ ਹੈ ਕਿ ਪਹਿਲਾਂ ਬਹਿਣਾ ਸਿੱਖ ਰਿਹਾ ਹੈ, ਦੈਨ ਉਸਦੀ ਏਦਾਂ ਹੋ ਰਹੀ ਹੈ ਕਿ ਉਹ ਚੱਲਣਾ ਸਿੱਖਦਾ ਹੈ, ਤੁਰਨਾ ਸਿੱਖਦਾ ਹੈ, ਤਾਂ ਯਾਨੀ ਕਿ ਇੱਕ ਪੈਟਰਨ 'ਚ ਹੋ ਰਹੀ ਹੈ, ਤਾਂ ਇਹ ਚੀਜ਼ ਸਾਡੀ ਗਰੋਥ ਤੋਂ ਰਿਲੇਟ ਨਹੀਂ ਕਰਦੀ। ਸੋ ਇੱਥੇ ਸਾਡਾ ਆਨਸਰ ਆਉਂਦਾ ਹੈ ਫਰਸਟ, it is the process of physical maturation resulting an increase in size of the body and various organs। ਉਸ ਤੋਂ ਬਾਅਦ ਆਉਂਦਾ ਹੈ ਹੁਣ growth and development ਦਾ ਇੱਕ important concept ਜੋ ਅਸੀਂ ਪਹਿਲਾਂ ਵੀ ਸਮਝਿਆ ਸੀ ਕਿ ਅਸੀਂ ਯਾਦ ਰੱਖਣਾ ਹੈ ਕਿ ਜਿਹੜੀ ਸਾਡੀ growth ਹੈ ਉਹ ਇੱਕ ਪਾਰਟ ਹੀ ਹੈ ਸਾਡੀ development process ਦਾ, ਭਾਵੇਂ ਅਸੀਂ difference ਪੜ੍ਹ ਰਹੇ ਹਾਂ ਕਿ growth ਚ physical ਹੈ, development whole ਹੈ, but ਇੱਕ ਤਰ੍ਹਾਂ ਤੋਂ ਸਾਡਾ ਜਿਹੜਾ growth ਹੈ ਉਹ ਛੋਟਾ ਹਿੱਸਾ ਹੈ ਸਾਡੀ ਡਿਵੈਲਪਮੈਂਟ ਦਾ, ਇਸ ਦੇ ਅੰਦਰ ਆਉਂਦਾ ਹੈ, ਰਾਈਟ। ਸੋ ਜੇ ਸਾਨੂੰ ਪੁੱਛਦਾ ਹੈ ਕਿ ਸਾਡੀ ਜਿਹੜੀ ਡਿਵੈਲਪਮੈਂਟ ਹੈ क्या वो क्वालिटेटिव है कल्ली या फिर क्वांटिटेटिव है, तो सानू याद रखना जिहड़ी साडी डेवलपमेंट है वो दोनों चीज़ां ने, क्वालिटेटिव भी एंड क्वांटिटेटिव भी, एक गुणात्मक अते मात्रात्मक दोनों तरह दा है। सो इसी तो रिलेटेड देखो क्वेश्चन इस च पूछा है विच ऑफ द फॉलोइंग स्टेटमेंट्स इज नॉट करेक्ट अबाउट ग्रोथ एंड डेवलपमेंट, इन्हें विचों केड़ी स्टेटमेंट ठीक नहीं है। बच्चों ये चीज भी याद रखनी है, तुसी कदे कबार क्वेश्चन सानू आंदा हुंदा है पर असी यही वर्ड नहीं पढ़ पाते कि यार नॉट करेक्ट पूछा, असी बस जल्दी जल्दी च काली काली च कुछ भी मार्क करया जांदा है कि यार सही पूछा होना, ठीक है, तो ये चीज भी याद रखनी है।
ਹੁਣ क्वेश्चन है ग्रोथ इज क्वांटिटेटिव एंड डेवलपमेंट इज क्वालिटेटिव। ये कह रहा है ग्रोथ इन्वॉल्व्स चेंजेस इन स्ट्रक्चर एंड नॉट फंक्शन। ठीक है, चलो। फिजिकल ग्रोथ स्लोज डाउन आफ्टर एडोलेसेंट स्टेज। डेवलपमेंट इज नॉट अ कॉन्टिन्यूअस प्रोसेस। ਹੁਣ ਸਾਨੂੰ ਪਤਾ ਹੈ ਕਿ ग्रोथ ਇੱਥੇ ਉਹ ਪੁੱਛ ਰਿਹਾ ਕਿਹੜੀ ਸਟੇਟਮੈਂਟ ਇਹਨਾਂ ਚੋਂ ਕਰੈਕਟ ਨਹੀਂ ਹੈ। ਸੋ ਇੱਥੇ ਸਾਨੂੰ ਇਹ ਚੀਜ਼ ਪਤਾ ਹੈ ਕਿ ग्रोथ इज क्वांटिटेटिव, यस मात्रात्मक है। डेवलपमेंट क्वालिटेटिव है, गुणात्मक। ग्रोथ इन्वॉल्व करती है चेंजेस इन स्ट्रक्चर, यानी कि साडे शरीर च कोई भी चेंजेस हो रहे हैं, फंक्शन नहीं इन्वॉल्व करती। फिजिकल ग्रोथ स्लो डाउन कर जाती है आफ्टर अडोलेसेंट एज, यानी कि एक टाइम ते आके मैच्योरिटी अचीव हो जाती है। बट जेड़ा इत्थे साडा चौथा पॉइंट लिखा है डेवलपमेंट इज नॉट अ कंटिन्यूअस प्रोसेस, ये चीज गलत है क्योंकि सानू पता है वो एक निरंतर प्रक्रिया है, यानी कि फ्रॉम बर्थ टू डेथ वो हमेशा हुंदी रहती है। सो विच ऑफ द फॉलोइंग स्टेटमेंट इज नॉट करेक्ट? इट इज फोर्थ। ਉਸ ਤੋਂ ਬਾਅਦ ਬੱਚੋ ਇੱਕ ਹੋਰ ਚੀਜ਼ ਕਹਿਣਾ ਪੈਂਦਾ ਕਿਉਂਕਿ ਕਈ ਵਾਰ ਹੁੰਦਾ ਕਿ ਐਂਡ ਤੱਕ ਵੀਡੀਓ ਆਂਦੇ ਆਂਦੇ ਨਾ ਅਸੀਂ ਛੱਡ ਦਿੰਦੇ ਆ, ਤਾਂ ਮੈਂ ਵਿੱਚ ਹੀ ਪਾਤਾ ਕਿ ਜੇ ਤੁਹਾਨੂੰ ਕਨਸੈਪਟ ਸਮਝ ਆ ਰਹੇ ਹੋ ਐਂਡ ਤੁਸੀਂ ਚਾਹੁੰਦੇ ਹੋ ਕਿ ਹੋਰ ਵੀਡੀਓਜ਼ ਜਲਦੀ ਤੋਂ ਜਲਦੀ ਆਏ ਤਾਂ ਪਲੀਜ਼ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਐਂਡ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਐਂਡ ਕਮੈਂਟਸ ਕਰਕੇ ਵੀ ਦੱਸੋ ਕਿ ਕਿੱਦਾਂ ਲੱਗ ਰਿਹਾ ਤੁਹਾਨੂੰ, ਸਭ ਕੁਝ ਸਮਝ ਆ ਰਿਹਾ ਨਹੀਂ। ਸੋ ਹਲੇ ਤੱਕ ਬੱਚੋ ਅਸੀਂ ਕਵਰ ਕੀਤਾ ਕਿ ਸਾਡਾ ਮੀਨਿੰਗ ਕੀ ਹੈ ਗਰੋਥ ਐਂਡ ਡਿਵੈਲਪਮੈਂਟ ਦਾ, ਉਹਨਾਂ 'ਚ ਡਿਫਰੈਂਸ ਕੀ ਹੈ ਐਂਡ ਹੁਣ ਸਾਡਾ ਨੈਕਸਟ ਪਾਰਟ ਹੈ ਸਟੇजेस ਆਫ ਡਿਵੈਲਪਮੈਂਟ, ਵਿਕਾਸ ਦੇ ਪੜਾਵ। ਜ਼ਿਆਦਾਤਰ ਇਹ ਕਿਹਾ ਜਾਂਦਾ ਹੈ ਕਿ ਅਸੀਂ ਡਿਵੈਲਪਮੈਂਟ ਸ਼ੁਰੂ ਕਰ ਦਿੰਦੇ ਹਾਂ ਇਨਫੈਂਸੀ ਤੋਂ, ਬਟ ਤੁਹਾਨੂੰ ਯਾਦ ਰੱਖਣਾ ਹੈ ਜਿਹੜੀ ਡਿਵੈਲਪਮੈਂਟ ਹੈ ਉਸਦੀ ਪਹਿਲੀ ਸਟੇਜ ਹੈ ਪ੍ਰੀ ਨੇਟਲ ਪੀਰੀਅਡ, ਯਾਨੀ ਕਿ ਜਨਮ ਤੋਂ ਪਹਿਲਾਂ ਦਾ ਵਿਕਾਸ। ਜਿੱਦਾਂ ਅਸੀਂ ਇੱਕ ਨੋਰਮਲ ਸੇਇੰਗ ਹੈ ਕਿ यार ओ ना अपनी माँ दे कुख तो सीख के आया होना या अपनी माँ दे गर्भ चो सीखिया, तो यही चीज है कि जेड़ी थोड़ी डेवलपमेंट है वो माँ दे गर्भ च ही शुरू हो जाती है एंड उस दे तीन नाम ने स्टेजेस, जर्मिनल, एम्ब्रियोनिक एंड फीटल। यानी कि जेड़ी जर्मिनल है इस च सैल डिवीजन होती है जो कि थोड़ी 0 to 2 वीक्स होती है, फिर 3 ਤੋਂ 8 हफ्ते जब थोड़ी बॉडी स्ट्रक्चर फॉर्म होने लग जाती है एंड उस तो बाद 9 वीक्स एंड आफ्टर, मतलब जब तक थोड़ा जन्म नहीं होता वो थर्ड स्टेज है फिटल। सो यही है जो थोनू याद रखना कि थोड़ी पहली स्टेज जो कोई पूछता है ऑफ डेवलपमेंट वो है प्री नेटल पीरियड। उस तो बाद इन नॉर्मल जर्मिनल पीरियड इट्स ड्यूरेशन इज 0 to 2 weeks। ड्यूरिंग दिस पीरियड फर्टिलाइज्ड ओवम डेवलप्स ड्यू टू सेल डिवीजन। इस समय दौरान सेल वंड के कारण फर्टिलाइज्ड अंडाणु विकसित होता है। देन एम्ब्रियोनिक स्टेज 2 to 8 हफ्ते 9 हफ्ते कह लो एंड वेरियस ऑर्गन्स ऑफ द बॉडी स्टार्ट डेवलपिंग, यानी कि इस उम्र च आके वक अंग का विकास होना शुरू हो जाता है एंड लास्ट स्टेज 10 वीक तो लेके जब तक थोड़ा जन्म नहीं होता तब तक भी थोड़ी डेवलपमेंट कंटिन्यू होती है। सो यही हुण देखते हैं साडी लाइफ स्पैन ऑफ डेवलपमेंट किन्नी स्टेजेस डिवाइडेड है। सब तो पहला वही प्री नेटल डेवलपमेंट, जन्म तो पहला दा विकास, राइट। उस तो बाद आंदी है साडी इनफेंसी जिसनों असीं कहंदे हैं, जो कि हुंदा है साडा जीरो बर्थ, जिसनों जीरो तक कोई ईयर नहीं है बट बर्थ तो लेके 2 साल तक। उस तो बाद आंदा है साडा अर्ली चाइल्डहुड, शुरुआती बचपन, जो कि है साडा 3 ਤੋਂ 5 साल। देन नेक्स्ट इज लेट चाइल्डहुड, देर नाल बचपन, जो कि है साडा 6 ਤੋਂ 12 साल। उस तो बाद आंदा है साडा एडोलेसेंस, किशोर अवस्था, 12 ਤੋਂ 18 ਦੀ ਉਮਰ। देन एडल्टहुड, बालकपन, जब 18 साल ਦੇ ਅਸੀਂ ਹੋ ਜਾਂਦੇ ਅਸੀਂ ਕਹਿਣ ਲੱਗ ਜਾਂਦੇ ਨੇ ਸਾਨੂੰ ਵੋਟਰ ਕਾਰਡ ਮਿਲ ਗਿਆ, ਅਸੀਂ एडल्ट हो गए। सो इट इज नोन एज एडल्टहुड एंड फाइनली ओल्डर एज, एल्डर एज, जिसनों ਅਸੀਂ ਕਹਿੰਦੇ ਬਜ਼ੁਰਗ 60 ऑनवर्ड्स या 65 ਤੋਂ ਉੱਪਰ। सो ਇਹ ਚੀਜ਼ ਨੇ ਸਾਨੂੰ मतलब ਅਸੀਂ याद रखना है कि हमेशा यूजली ਹੁੰਦਾ है पढ़ाया जाता है कि इन्फेंसी तो शुरू हुई एंड एडल्टहुड ते आके खत्म हो गई, पर नहीं। सब तो पहला शुरुआत होंदी है प्री नेटल डेवलपमेंट एंड एंड तक होंदी है ओल्ड एज, एल्डर एज भी साडी एक डेवलपमेंट च इंक्लूड होंदी है। जिवें ਅਸੀਂ ਇਸ ਨੂੰ ਹੋਰ ਡਿਵਾਈਡ ਕਰਨਾ ਹੈ, ਜੇ ਪ੍ਰੀ ਨੇਟਲ ਪੀਰੀਅਡ ਹੈ ਫਰੋਮ ਕਨਸੈਪਸ਼ਨ ਟੂ ਬਰਥ, ਇਨਫੈਂਸੀ ਸਟੇਜ ਬਰਥ ਤੋਂ ਲੈ ਕੇ 2 ਸਾਲ ਤੱਕ। ਹੁਣ ਚਾਈਲਡਹੁੱਡ ਨੂੰ ਵੀ ਅਸੀਂ ਡਿਵਾਈਡ ਕਰ ਸਕਦੇ ਹਾਂ ਬਚਪਨ ਨੂੰ अर्ली चाइल्डहुड एंड लेटर चाइल्डहुड, ਜਿਹਦੇ ਵਿੱਚ ਅਸੀਂ
ਚਾਈਲਡਹੁੱਡ ਨੂੰ ਕੈਟਾਗਰਾਈਜ਼ ਕਰਦੇ ਆ 2 ਤੋਂ 12 ਸਾਲ ਜਾਂ 11। ਕਈਆਂ ਬੁੱਕ 'ਚ 11 ਦਿੱਤਾ ਹੋਇਆ, ਉਹ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਆਪਸ਼ਨ ਕੀ ਹੈ, ਐਂਡ ਕਦੇ ਕਦੇ ਉਹ ਉੱਪਰ ਨੀਚੇ ਕਰ ਸਕਦੇ ਆ 1 ਸਾਲ। ਸੋ अर्ਲੀ ਚਾਈਲਡਹੁੱਡ ਤੁਹਾਡਾ 2 ਤੋਂ 6 ਸਾਲ, ਲੇਟਰ ਚਾਈਲਡਹੁੱਡ 6 ਤੋਂ 12 ਸਾਲ, ਅਡੋਲੋਸੈਂਸ ਤੁਹਾਡੀ ਕਿਸ਼ੋਰ ਅਵਸਥਾ 11 ਤੋਂ 18 ਹੈ, ਜਿਹਦੇ 'ਚ ਲੇਟਰ ਅਡੋਲੋਸੈਂਸ ਤੁਹਾਡੀ 11 ਤੋਂ 16 ਉਮਰ ਦੀ ਹੈ, अर्ਲੀ ਅਡੋਲੈਸੈਂਸ 11 ਤੋਂ 16 ਸਾਲ ਦੀ ਹੈ, ਐਂਡ ਲੇਟਰ ਅਡੋਲੈਸੈਂਸ ਤੁਹਾਡੀ 16 ਤੋਂ 18 ਸਾਲ ਦੀ ਹੈ। ਉਸ ਤੋਂ ਬਾਅਦ ਆਉਂਦਾ ਤੁਹਾਡਾ ਅਡਲਟਹੁੱਡ ਬਾਲਗਪਨ, ਜੋ ਕਿ 18 ਤੋਂ 60 ਜਾਂ 65 ਉਮਰ ਦਾ ਹੈ, ਜਿਹਦੇ 'ਚ ਫੇਰ ਅਗੇਨ अर्ਲੀ ਅਡਲਟਹੁੱਡ 18 ਤੋਂ 40 ਐਂਡ ਲੇਟਰ ਅਡਲਟਹੁੱਡ ਦੇਰ ਨਾਲ ਬਾਲਗਪਨ 40 ਤੋਂ 45 ਐਂਡ ਐਲਡਰਲੀ ਏਜ ਬਜ਼ੁਰਗ 60 ਜਾਂ 65 ਤੋਂ ਉੱਪਰ। ਸੋ ਐਂਡ ਪ੍ਰੀਨੇਟਲ 'ਚ ਤੁਹਾਨੂੰ ਪਤਾ ਹੈ 3 ਸਟੇजेस, ਜਰਮੀਨਲ, ਐਮਬ੍ਰਿयोਨਿਕ ਐਂਡ ਫੀਟਲ। ਸੋ ਇਹੀ ਨੇ ਤੁਹਾਡੀ ਸਟੇजेस ਆਫ ਡਿਵੈਲਪਮੈਂਟ ਕਿ ਕਿਵੇਂ ਕਿਵੇਂ ਸ਼ੁਰੂਆਤ ਹੈ, ਕਿ ਸਭ ਤੋਂ ਪਹਿਲਾਂ ਪ੍ਰੀਨੇਟਲ, ਉਸ ਤੋਂ ਬਾਅਦ ਇਨਫੈਂਸੀ, ਫਿਰ ਚਾਈਲਡਹੁੱਡ, ਫਿਰ ਤੁਹਾਡੀ ਅਡੋਲੋਸੈਂਸ, ਅਡਲਟਹੁੱਡ ਐਂਡ ਫਾਈਨਲੀ ਯੋਰ ਐਲਡਰ ਏਜ। ਸੋ ਹੁਣ ਸਾਡਾ ਕੁਐਸਚਨ ਹੈ ਜਿਹਦੇ 'ਚ ਪੁੱਛਿਆ ਡਿਵੈਲਪਮੈਂਟ ਸਟਾਰਟਸ ਫਰੋਮ ਪ੍ਰੀ ਚਾਈਲਡਹੁੱਡ ਏਜ, prenatal stage, the stage of infancy ਜਾਂ post childhood stage। ਵਿਕਾਸ ਸ਼ੁਰੂ ਹੁੰਦਾ ਹੈ ਬਚਪਨ ਤੋਂ ਪਹਿਲਾਂ ਦਾ ਪੜਾਵ, ਜਨਮ ਤੋਂ ਪਹਿਲਾਂ ਦਾ ਪੜਾਵ, ਬਚਪਨ ਦੀ ਅਵਸਥਾ ਜਾਂ ਫਿਰ ਬਚਪਨ ਤੋਂ ਬਾਅਦ ਦਾ ਪੜਾਵ। ਹੁਣ ਜੇ ਦੇਖੋ ਬੱਚੋ ਤੁਹਾਨੂੰ ਨਹੀਂ ਪਤਾ, ਕਈਆਂ ਨੇ ਇੱਥੇ ਮਾਰਕ ਕਰਿਆਣਾ ਸੀ C, the stage of infancy, ਕਿ ਯਾਰ ਜਦ ਤੋਂ ਜਨਮ ਹੋਇਆ ਤਦ ਤੋਂ ਸ਼ੁਰੂ ਹੋ ਗਿਆ, ਬਟ ਨਹੀਂ, ਡਿਵੈਲਪਮੈਂਟ ਜਿਹੜੀ ਵਿਕਾਸ ਹੈ ਉਹ ਸਾਡੀ ਜਨਮ ਤੋਂ ਪਹਿਲਾਂ ਵੀ ਸ਼ੁਰੂ ਹੋ ਜਾਂਦੀ ਹੈ, ਇਸ ਕਰਕੇ ਪ੍ਰੀਨੇਟਲ ਸਟੇਜ ਹੈ ਇੱਥੇ ਆਨਸਰ B, ਤੁਹਾਡਾ ਆਨਸਰ ਹੈ B। ਸੋ ਹੁਣ ਤੁਹਾਡਾ ਕੁਐਸਚਨ ਹੈ ਨੈਕਸਟ, the period that initiates the transition to adulthood is, ਯਾਨੀ ਕਿ ਇਹ ਜਿਹਾ ਕਿਹੜਾ ਪੀਰੀਅਡ ਹੈ ਜੋ ਕਿ ਸਾਨੂੰ ਦੱਸਦਾ ਹੈ ਕਿ ਹਾਂ ਇਸ ਤੋਂ ਬਾਅਦ ਸਾਡੀ ਐਡਲਟਹੁੱਡ ਆਏਗੀ, ਯਾਨੀ ਕਿ ਅਸੀਂ ਦੱਸਣਾ ਹੈ ਕਿ ਇਸ ਤੋਂ ਪਹਿਲਾਂ ਦਾ ਪੀਰੀਅਡ ਕਿਹੜਾ ਹੈ, ਕਿਆ ਉਹ ਮਿਡਲ ਚਾਈਲਡਹੁੱਡ ਹੈ, ਪ੍ਰੀ ਆਪਰੇਸ਼ਨਲ ਪੀਰੀਅਡ ਹੈ, ਐਂਡ ਚਾਈਲਡਹੁੱਡ ਹੈ ਜਾਂ ਫਿਰ ਅਡੋਲੋਸੈਂਸ ਹੈ। ਹੁਣ ਤੁਹਾਨੂੰ ਪਤਾ ਹੈ ਕਿ ਸਾਡੀ ਸਟੇजेस ਸੀ ਪ੍ਰੀਨੇਟਲ, ਇਨਫੈਂਸੀ, ਚਾਈਲਡਹੁੱਡ ਐਂਡ ਅਡੋਲੋਸੈਂਸ, ਯਾਨੀ ਕਿ ਜਿਹੜਾ ਸਾਡਾ ਇੱਥੇ 4th ਆਪਸ਼ਨ ਹੈ ਉਹ ਆਏਗਾ, ਐਂਡ ਉਸ ਤੋਂ ਬਾਅਦ ਸਾਡੀ ਸ਼ੁਰੂ ਹੁੰਦੀ ਹੈ ਐਡਲਟਹੁੱਡ। ਬਾਕੀ ਸਾਨੂੰ ਮਿਡਲ ਚਾਈਲਡਹੁੱਡ ਨਹੀਂ ਹੈ ਇੱਥੇ, ਐਂਡ ਚਾਈਲਡਹੁੱਡ ਨਹੀਂ ਹੈ, ਐਂਡ ਇੱਕ ਇੱਥੇ ਤੁਹਾਨੂੰ ਆਪਸ਼ਨ ਦਿੱਤਾ ਹੋਇਆ ਬੱਚੇ ਦੇਖੋ ਪ੍ਰੀ ਆਪਰੇਸ਼ਨਲ ਪੀਰੀਅਡ। ਇਹ ਕੁਛ ਨਹੀਂ ਹੈ, ਇਹ ਪਿਆਜੇ ਦੀ ਥਿਊਰੀ ਸੀ, ਉਹਦੇ ਚ ਉਹਨੇ 4 ਸਟੇजेस ਦੱਸੀਆਂ ਨੇ, ਉਹਦੇ ਚੋਂ ਇਹਨਾਂ ਨੇ ਇਹ ਸੈਕਿੰਡ ਸਟੇਜ ਪਾਤੀ ਹੈ। ਸੋ ਕੁਐਸਚਨ ਤੁਹਾਨੂੰ ਇਸ ਦੇ ਨਾਲ ਲਿੰਕ ਕਰਤਾ ਹੈ ਕਿ ਤੁਹਾਨੂੰ ਕੰਫਿਊਜ਼ ਹੋ ਜਾਏ ਕਿ ਯਾਰ ਪ੍ਰੀਨੇਟਲ ਵਰਡ ਆ ਰਿਹਾ ਕੀ ਚੀਜ਼ ਲੱਗ ਰਹੀ ਹੈ। ਸੋ ਪ੍ਰੀ ਆਪਰੇਸ਼ਨਲ ਉਸ ਦੀ ਇੱਕ ਸਟੇਜ ਹੈ। ਉਸ ਤੋਂ ਬਾਅਦ which of the following age groups fall under later childhood category, यानी कि ਇਹਨਾਂ ਚੋਂ late childhood ਦੀ ਕੀ ਉਮਰ ਹੈ, 18 ਤੋਂ 24 ਸਾਲ, birth to 6 years, 6 to 11 years and 11 to 8 years। birth to 6 years ਤਾਂ ਤੁਹਾਨੂੰ ਪਤਾ ਹੈ ਕਿਸੇ ਵੀ ਐਂਗਲ ਤੋਂ ਨਹੀਂ ਹੋ ਸਕਦਾ ਕਿਉਂਕਿ ਇਨਫੈਂਸੀ ਹੈ, ਐਂਡ ਉਸ ਤੋਂ ਬਾਅਦ ਉਹ अर्ਲੀ ਚਾਈਲਡਹੁੱਡ ਜਾ ਰਿਹਾ ਹੈ। ਤੁਹਾਡੀ ਇੱਥੇ ਆਨਸਰ ਹੈ 6 to 11, ਲੇਟ ਚਾਈਲਡਹੁੱਡ ਦੀ ਏਜ ਪੁੱਛੀ ਹੈ। ਦੇਖਿਆ ਤੁਸੀਂ, ਮਤਲਬ ਉਹਨਾਂ ਨੇ ਚਾਈਲਡਹੁੱਡ 'ਚ ਵੀ ਫਰਕ ਕਰਤਾ ਕਿ अर्ਲੀ ਐਂਡ ਲੇਟ ਚਾਈਲਡਹੁੱਡ ਦੀ ਉਮਰ ਪੁੱਛ ਲਈ ਹੈ। ਸੋ ਤੁਹਾਨੂੰ ਹਰ ਇੱਕ ਦੀ ਕੈਟੇਗਰਾਈਜ਼ੇਸ਼ਨ ਵੀ ਯਾਦ ਹੋਣੀ ਚਾਹੀਦੀ ਹੈ। ਹੁਣ ਤੁਹਾਡਾ ਅਗਲਾ ਕੁਐਸਚਨ ਬੱਚੋ ਜੋ ਬਹੁਤ ਹੀ ਇੰਪੋਰਟੈਂਟ ਹੈ, knowledge of what will be most significant for a teacher dealing with a class comprising students of mixed age groups, ਯਾਨੀ ਕਿ ਮਿਸ਼ਰਿਤ ਉਮਰ ਸਮੂਹਾਂ ਦੇ ਵਿਦਿਆਰਥੀਆਂ ਦੀ ਕਲਾਸ ਨਾਲ ਨਜਿੱਠਣ ਵਾਲੇ ਅਧਿਆਪਕ ਲਈ ਕੀ ਗਿਆਨ ਸਭ ਤੋਂ ਮਹੱਤਵਪੂਰਨ ਰਹੇਗਾ। ਯਾਨੀ ਕਿ ਉਹ ਕਹਿ ਰਿਹਾ ਕਿ ਕੋਈ ਇੱਕ ਟੀਚਰ ਹੈ, ਉਹ ਬੱਚਿਆਂ ਨੂੰ ਪੜ੍ਹਾ ਰਹੀ ਹੈ ਜਿਸ ਵਿੱਚ ਹਰ ਇੱਕ ਏਜ ਗਰੁੱਪ ਦਾ ਬੱਚਾ ਬੈਠਾ ਹੈ, ਤਾਂ ਟੀਚਰ ਨੂੰ ਉੱਥੇ ਕੀ ਪਤਾ ਹੋਣਾ ਚਾਹੀਦਾ, ਕਲਚਰਲ ਬੈਕਗਰਾਉਂਡ, ਸੱਭਿਆਚਾਰਿਕ ਬੈਕਗਰਾਉਂਡ, ਡਿਵੈਲਪਮੈਂਟ ਸਟੇजेस, ਆਕੂਪੇਸ਼ਨ ਆਫ देयर ਪੇਰੈਂਟਸ, ਸੋਸ਼ੋ ਇਕਨੋਮਿਕ ਬੈਕਗਰਾਉਂਡ। ਹੁਣ ਤੁਸੀਂ ਆਪ ਸੋਚੋ, ਅਸੀਂ ਜਿੱਦਾਂ ਕਹਿੰਦੇ ਟੀਚਰ ਇੱਕ ਮਤਲਬ ਰੂਪ ਹੈ ਭਗਵਾਨ ਦਾ, ਕਿਆ ਉਹ ਫਰਕ ਕਰਦੀ ਹੈ ਆਪਣੇ ਬੱਚਿਆਂ 'ਚ ਕਿ ਉਹਨਾਂ ਦੇ ਮਾਪਿਓ ਦਾ ਕੀ ਪ੍ਰੋਫੈਸ਼ਨ ਹੈ ਜਾਂ ਫਿਰ ਉਹ ਮਤਲਬ ਕਿਸ ਬੈਕਗਰਾਉਂਡ ਤੋਂ ਆ ਰਹੇ ਨੇ, ਕਿ ਉਹਨਾਂ ਦਾ ਸੋਸ਼ਲ ਕਲਚਰਲ ਬੈਕਗਰਾਉਂਡ ਕੀ ਹੈ, ਉਸਨੂੰ ਕੋਈ ਫਰਕ ਨਹੀਂ ਹੈ। ਉਸਨੂੰ ਤਾਂ ਇੱਥੇ ਧਿਆਨ ਦੇਣਾ ਉਸਦੀ ਡਿਵੈਲਪਮੈਂਟ ਸਟੇजेस ਕਿ ਯਾਰ ਬੱਚਾ ਕਿਹੜੀ ਅਵਸਥਾ 'ਚ ਹੈ ਤਾਂ ਕਿ ਮੈਂ ਧਿਆਨ ਨਾਲ ਉਸਦੀ ਨੀਡਸ ਨੂੰ ਸਮਝ ਸਕੂੰ। ਤਾਂ ਇੱਥੇ ਸਾਡਾ ਆਨਸਰ ਆਉਂਦਾ ਹੈ ਸੈਕਿੰਡ, ਵਿਕਾਸ ਦੇ ਪੜਾਵ। ਸੋ ਇਹੀ ਸੀਗਾ ਸਾਡਾ ਗਰੋਥ ਐਂਡ ਡਿਵੈਲਪਮੈਂਟ, ਜਿਹਦੇ 'ਚ ਅਸੀਂ ਕਵਰ ਕੀਤਾ
मीनिंग ऑफ ग्रोथ एंड डेवलपमेंट द डिफरेंस स्टेजेस ऑफ डेवलपमेंट। ਹੁਣ ਬਾਕੀ ਦੇ ਟੌਪਿਕਸ ਜੋ ਦਿਖ ਰਹੇ ਤੁਹਾਨੂੰ, ਟਾਈਪਸ ਆਫ ਡਿਵੈਲਪਮੈਂਟ, ਪ੍ਰਿੰਸੀਪਲਸ, ਹੈਰੀਡਿਟਰੀ ਐਂਡ এনवायरमेंट, ਟਾਈਪਸ ਆਫ ਡਿਵੈਲਪਮੈਂਟ ਇਨ ਡਿਟੇਲ, ਇਹ ਸਾਰੇ ਅਸੀਂ ਨੈਕਸਟ ਵੀਡੀਓਜ਼ 'ਚ ਦੇਖਾਂਗੇ। ਅੱਜ ਲਈ ਸਾਡੇ 3 ਟੌਪਿਕਸ ਕਵਰ ਹੋ ਚੁੱਕੇ ਨੇ ਐਂਡ ਇਹ ਬਹੁਤ ਜ਼ਰੂਰੀ ਨੇ, ਜਿਨ੍ਹਾਂ 'ਚੋਂ ਅਸੀਂ ਕੁਐਸਚਨਸ ਵੀ ਪ੍ਰੈਕਟਿਸ ਕੀਤੇ ਨੇ ਕਿ ਤੁਹਾਨੂੰ ਆਈਡੀਆ ਹੋ ਜਾਏ ਕਿ ਹਾਂ ਜਿਹੜਾ ਅਸੀਂ ਟੌਪਿਕ ਪੜ੍ਹਿਆ ਉਸ ਵਿੱਚੋਂ ਕਿਸ ਤਰ੍ਹਾਂ ਦਾ ਕੁਐਸਚਨ ਰਿਲੇਟ ਹੋ ਕੇ ਆਊਗਾ। ਸੋ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਤਾਂ ਪਲੀਜ਼ ਲਾਈਕ ਕਰ ਦਿਓ, ਇਸ ਨੂੰ ਸ਼ੇਅਰ ਕਰਿਓ ਆਪਣੇ ਫਰੈਂਡਸ ਨਾਲ ਤਾਂ ਕਿ ਉਹ ਵੀ ਤਿਆਰੀ ਅੱਛੀ ਤਰੀਕੇ ਨਾਲ ਕਰ ਸਕੇ, ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਏ ਕਿ ਹਾਂ ਹੁਣ ਨੈਕਸਟ ਵੀਡੀਓ ਕਦ ਪਏਗੀ। ਐਂਡ ਸ਼ੇਅਰ ਵੀ ਕਰੋ, ਕਮੈਂਟ ਕਰਕੇ ਦੱਸੋ ਐਂਡ ਆਪਣੀ ਤਿਆਰੀ ਏਦਾਂ ਹੀ ਕੰਟੀਨਿਊ ਕਰਦੇ ਰਹੋ। ਥੈਂਕ ਯੂ।